लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। खालसा वाहिगुरु जी की फतेह। अंग है 413। ਹੁਣ तक 4 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਆਸਾ ਰਾਗ ਵਿੱਚ ਸੰਪੂਰਨ ਹੋਈਆਂ। ਆਸਾ ਮਹੱਲਾ ਪਹਿਲਾ। ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ। राग आसा महला पहला। आसा महला पहला। आप विचारै सो परखे हीरा, आप विचारै सो परखे हीरा। एक दृष्ट तारे गुरपूरा, दृष्ट तारे गुरपूरा। गुर मानै मन ते मन धीरा, मन ते मन धीरा। ऐसा शास राफी करै, सास राशि करै। साची नजर एक लिव तरै, नगर एक लिव तरै। रहाओ। ਆਸਾ ਮਹੱਲਾ ਪਹਿਲਾ। ਆਪ ਵਿਚਾਰੇ ਸੋ ਪਰਖੇ ਹੀਰਾ। ਮਹਾਰਾਜ ਕਹਿੰਦੇ ਆਪ ਵਿਚਾਰੈ ਸੋ ਗਿਆਨੀ ਹੋਏ। ਜਦੋਂ ਅਸੀਂ ਆਪਣੇ ਅੰਦਰ ਦੀ ਖੋਜ ਕੀਤੀ, ਉਦੋਂ ਇਸ ਨਾਮ ਰੂਪੀ ਹੀਰੇ ਨੂੰ ਪਰਖਿਆ, ਉਦੋਂ ਇਹਦੀ ਕੀਮਤ ਪਤਾ ਲੱਗੀ। ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ। ਪੂਰੇ ਗੁਰੂ ਦੀ ਇੱਕ ਦ੍ਰਿਸ਼ਟ ਮਿਹਰ ਭਰੀ ਨਜ਼ਰ ਉਹ ਸਾਡੇ ਜੀਵਨ ਨੂੰ ਤਾਰ ਦਿੰਦੀ। ਗੁਰ ਮਾਨੈ ਮਨ ਤੇ ਮਨ ਧੀਰਾ। ਤੇ ਜਦੋਂ ਗੁਰੂ ਨੂੰ ਮੰਨ ਲਿਆ, ਗੁਰੂ ਦੀ ਗੱਲ ਨੂੰ ਮੰਨਿਆ, ਮੰਨੇ ਦੀਆਂ 4 ਪੌੜੀਆਂ ਗੁਰੂ ਨਾਨਕ ਪਾਤਸ਼ਾਹ ਜਪ ਬਾਣੀ ਵਿੱਚ ਪੜ੍ਹਦੇ ਆ ਰੋਜ਼ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਨ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੇ ਕੋ ਮਨ ਲੈ ਕੇ ਉਦੋਂ ਮਨ ਧੀਰਜ ਫੜ ਗਿਆ, ਮਨ ਫਿਰ ਟਿਕਾਓ ਵਿੱਚ ਆ ਗਿਆ। ਐਸਾ ਸ਼ਾਹ ਸ਼ਰਾਫੀ ਕਰੈ, ਸਾਚੀ ਨਦਰ ਏਕ ਲਿਵ ਤਰੈ। ਇਹੋ ਜਿਹਾ ਸ਼ਾਹੂਕਾਰ ਗੁਰੂ ਜਦੋਂ ਸਰਾਫੀ ਕਰ, ਜਿਸ ਤਰ੍ਹਾਂ ਸਰਾਫ ਉਹਨੂੰ ਪਰਖਦਾ ਦੇਖਦਾ ਤੇ ਗੁਰੂ ਦੀ ਜਦੋਂ ਨਜ਼ਰ ਪੈਂਦੀ ਤੇ ਮਾਰੇ ਇੱਕੋ ਨਜ਼ਰ ਨਾਲ ਹੀ ਸੱਚੇ ਪਾਤਸ਼ਾਹ ਸਾਚੀ ਨਦਰ ਏਕ ਲਿਵ ਤਰੈ। ਉਹ ਸੱਚੇ ਇੱਕ ਦੀ ਲਿਵ ਨਾਲ ਨਜ਼ਰ ਨਾਲ ਲਿਵ ਲੱਗ ਗਈ, ਜੁੜ ਗਿਆ ਤੇ ਪਾਰ ਉਤਾਰਾ ਹੋ ਗਿਆ ਸੰਸਾਰ ਤੋਂ। ਉਹਦੀ ਇੱਕੋ ਨਜ਼ਰ ਮਿਹਰ ਭਰੀ ਨਜ਼ਰ ਨਾਲ ਜਦੋਂ ਗੁਰੂ ਨੇ ਵੇਖਿਆ ਤੇ ਮਾਰੇ ਕਹਿੰਦੇ ਜਿਸ ਤਰ੍ਹਾਂ ਸਰਾਫ ਵੇਖਦਾ ਨਾ ਵੀ ਇਹਦੇ ਵਿੱਚ ਖੋਟ ਕੀ ਹੈ ਤੇ ਵਿੱਚ ਚੰਗਾ ਕੀ ਹੈ, ਜਦੋਂ ਗੁਰੂ ਨੇ ਵੇਖਿਆ ਪਰਖਿਆ ਤੇ ਕਹਿੰਦੇ ਮਾਰੇ ਕਹਿੰਦੇ ਲਿਵ ਲੱਗ ਗਈ ਤੇ ਪਾਰ ਉਤਾਰਾ ਹੋ ਗਿਆ। ਹਾਂਜੀ। ਪੂੰਜੀ ਨਾਮ ਨਿਰੰਜਨ ਸਾਰ, नाम निरंजन सार। निर्मल साच रत्ता पैकार, साच रता पैकार। सिफत सिफत सहज कर गुर करतार, सहज कर गुर करतार। ਹੁਣ ਮਹਾਰਾਜ ਇਸ ਨਾਮ ਨੂੰ ਖੋਜਣ ਦਾ ਤਰੀਕਾ ਦੱਸਦੇ ਨੇ ਕਿ ਜਿਸ ਤਰ੍ਹਾਂ ਸੁਨਿਆਰੇ ਜਦੋਂ ਉਹ ਕੰਮ ਕਰਕੇ ਹਟਦੇ ਨੇ, ਜਿਹੜੀ ਉੱਥੇ ਸਵਾਹ ਹੁੰਦੀ ਜਾਂ ਜੋ ਵੀ ਬਚਦਾ ਉਹ ਵੇਖੋ ਕਿ ਉਹਦੇ ਵਿੱਚੋਂ ਵੀ ਸੋਨਾ ਕੱਢ ਲੈਂਦੇ ਨੇ। ਤੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇਹ ਤੇਰੇ ਜੀਵਨ ਦੇ ਵਿੱਚ, ਇਹ ਸਰੀਰ ਦੇ ਵਿੱਚ ਹੋਰ ਬੜਾ ਕੁਝ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਹਉਮੈ, ਤ੍ਰਿਸ਼ਨਾਵਾਂ ਨੇ, ਚੰਗੇ ਗੁਣ ਵੀ ਨੇ, ਮਾੜੇ ਵੀ ਨੇ, ਸਾਰਿਆਂ ਨੂੰ ਇਕੱਠਿਆਂ ਕਰਕੇ ਜਦੋਂ
ਉਹਨੂੰ ਖੋਜਿਆ, ਵੇਖਿਆ ਗੁਰੂ ਦੀ ਕਿਰਪਾ ਨਾਲ। ਉਹਨੇ ਪੂੰਜੀ ਨਾਮ ਦੀ ਪੂੰਜੀ ਨਿਰੰਜਨ ਸਾਰ, ਸਭ ਤੋਂ ਉੱਤਮ ਜਿਹੜਾ ਨਿਰੰਜਨ ਪ੍ਰਮਾਤਮਾ ਦਾ ਨਾਮ ਇਹਦੇ ਵਿੱਚ। ਸਾਚੀ ਨਿਰਮਲ ਸਾਚ ਰਤਾ ਪੈਕਾਰ, ਉਹ ਪਵਿੱਤਰ ਹੈ ਜਿਹੜਾ ਇਸ ਵਿੱਚ ਜੁੜਿਆ ਹੋਇਆ, ਖੋਜਦਾ ਰਹਿੰਦਾ ਇਹਨੂੰ। ਜਿਸ ਤਰ੍ਹਾਂ ਉਹਨੂੰ ਖੋਜਦਾ ਰਹਿ, ਪੈਕਾਰ ਹੁੰਦਾ ਉਹਨੂੰ ਬਾਰ-ਬਾਰ ਖੋਜਣ ਵਾਲਾ। ਜਦੋਂ ਉਹਨੂੰ ਬਾਰ-ਬਾਰ ਖੋਜਦਾ ਹੈ, ਜਿਸ ਤਰ੍ਹਾਂ ਆਪਾਂ ਬਾਰ-ਬਾਰ ਨੂੰ ਰਿੜਕਦੇ ਹਾਂ, ਰਿੜਕ ਕੇ ਉਸ ਤੋਂ ਮੱਖਣ ਨਿਕਲਦਾ ਦੁੱਧ ਚੋਂ, ਕਹਿੰਦੇ ਇਸੇ ਤਰ੍ਹਾਂ ਹੀ ਉਹ ਸੁਨਿਆਰਿਆਂ ਦੀ ਦੁਕਾਨ ਤੋਂ ਜਦੋਂ ਉਹ ਸਫਾਈ ਕੀਤੀ ਜਾਂਦੀ ਤਾਂ ਉਹਦੇ ਵਿੱਚੋਂ ਵੀ ਉਹਦੇ ਜਿਹੜਾ ਸੋਨਾ ਕੰਮ ਕਰਦਿਆਂ ਹੈ ਬਰੀਕ ਗਿਰ ਜਾਂਦਾ। ਕਹਿੰਦੇ ਇਸੇ ਤਰ੍ਹਾਂ ਉਹ ਚੰਗੇ ਗੁਣਾਂ ਨੂੰ ਖੋਜ ਕੇ ਕੱਢ ਲੈਂਦੇ ਨੇ ਪੈਕਾਰ ਨੇ। ਉਹ ਪਵਿੱਤਰ ਹੋ ਕੇ ਨਾਮ ਨਾਲ ਜੁੜੇ ਹੋਏ ਉਹ ਚੰਗੀਆਂ ਚੀਜ਼ਾਂ ਨੂੰ ਖੋਜ ਲੈਂਦੇ ਨੇ ਆਪਣੇ ਹਿਰਦੇ ਚੋਂ। ਸਿਫਤ ਸਹਿਜ ਘਰ ਗੁਰ ਕਰਤਾਰ, ਕਹਿੰਦੇ ਕਿਸ ਤਰ੍ਹਾਂ ਖੋਜਦੇ ਨੇ? ਉਹਦੀ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਦੀ ਸਿਫਤ ਸਲਾਹ ਦੁਆਰਾ, ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ, ਉਹਦੇ ਗੁਣਾਂ ਨੂੰ ਆਜ਼ਾਦ ਕਰਦਿਆਂ ਹੋਇਆਂ ਘਰ ਰਾਰੇ ਨੂੰ ਸਿਹਾਰੀ ਪਾਈ ਮਰੇ ਨੇ। ਆਪਣੇ ਨਿੱਜ ਘਰ ਦੁਆਰਾ ਗੁਰੂ ਘਰ ਨੂੰ, ਉਸ ਗੁਰੂ ਨੂੰ, ਉਸ ਕਰਤਾਰ ਨੂੰ, ਉਸ ਕਰਤੇ ਨੂੰ ਇਸ ਤਰ੍ਹਾਂ ਸਿਮਰਦੇ ਨੇ ਕਿ ਪਵਿੱਤਰ ਹੋ ਕੇ ਨਿਰਮਲ ਮਨ ਨਾਲ, ਸਹਿਜ ਨਾਲ, ਟਿਕਾਓ ਨਾਲ ਉਹਦਿਆਂ ਗੁਣਾਂ ਨੂੰ ਵਿੱਚੋਂ ਖੋਜਦੇ ਰਹਿੰਦੇ ਨੇ, ਸਵਾਹ ਨੂੰ ਛੱਡ ਦਿੰਦੇ ਨੇ, ਔਗਣਾਂ ਨੂੰ ਤਿਆਗ ਦਿੰਦੇ ਨੇ। ਹਾਂਜੀ। ਆਸਾ ਮਨਸਾ ਸ਼ਬਦ ਜਲਾਏ, ਮਨਸਾ ਸ਼ਬਦ ਜਲਾਏ, ਰਾਮ ਨਰਾਇਣ ਕਹਿ ਕਹਾਏ, ਰਾਮ ਨਾਰਾਇਣ ਕਹਿ ਕਹਾਏ, ਗੁਰ ਤੇ ਬਾਟ ਮਹਿਲ ਘਰ ਪਾਏ, ਬਾਟ ਮਹਿਲ ਕਰ ਪਾਏ। ਆਸਾ ਮਨਸਾ ਸ਼ਬਦ ਜਲਾਏ, ਮਾਰੇ ਕਹਿੰਦੇ ਫਿਰ ਉਹ ਗੁਰਸਿੱਖੀ ਕਰਦਾ ਕਿ ਮਨ ਦੀਆਂ ਇਛਾਵਾਂ ਨੂੰ, ਮਨ ਦੇ ਮਨਸੂਬੇ ਨੇ ਜਿਹੜੇ ਕਿ ਮੈਂ ਆਹ ਕਰਨਾ ਹੈ, ਮੈਂ ਉਹ ਕਰਨਾ ਹੈ। ਜਿਉਂ-ਜਿਉਂ ਬੰਦੇ ਦੀਆਂ ਇਛਾਵਾਂ ਵੱਧਦੀਆਂ ਜਾਂਦੀਆਂ ਨੇ ਤਿਉਂ-ਤਿਉਂ ਉਹਦਾ ਖਲਾਰਾ ਖਿਲਰਦਾ ਜਾਂਦਾ ਹੈ। ਇਛਾਵਾਂ ਨੂੰ ਘਟਾਉਣਾ ਹੀ ਆਪਣੇ ਜੀਵਨ ਨੂੰ ਸੁਖੀ ਕਰਨ ਦਾ ਤਰੀਕਾ ਹੈ। ਕਹਿੰਦੇ ਉਹਨਾਂ ਇਛਾਵਾਂ ਨੂੰ ਗੁਰੂ ਦੇ ਸ਼ਬਦ ਦੁਆਰਾ ਫੂਕ ਦਿੰਦਾ ਹੈ, ਜੋੜ ਦਿੰਦਾ ਉਹਦੇ ਨਾਲ, ਗੁਰੂ ਨਾਲ। ਰਾਮ ਨਾਰਾਇਣ ਕਹਿ ਕਹਾਏ, ਪਰਮਾਤਮਾ ਦੇ ਨਾਮ ਨੂੰ ਆਪ ਵੀ ਕਹਿੰਦਾ ਤੇ ਹੋਰਾਂ ਤੋਂ ਵੀ ਕਹਾਉਂਦਾ। ਆਪ ਜਪੋ ਅਬ ਰਹਿ ਨਾਮ ਜਪਾਵੋ। ਇਹ ਅਵਸਥਾ ਵਾਲੇ ਪਾਸ ਤੁਰ ਗਿਆ। ਹੁਣ ਇਹ ਅਵਸਥਾ ਉਹਨੇ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ ਕਿ ਇੱਛਾ ਕੋਈ ਨਹੀਂ, ਕਿਸੇ ਇੱਛਾ ਦੀ ਖਾਤਰ ਕੋਈ ਕੰਮ ਨਹੀਂ ਕਰ ਰਿਹਾ, ਸੇਵਾ ਕਰ ਰਿਹਾ, ਸਿਮਰਨ ਕਰ ਰਿਹਾ, ਨਾਮ ਨਾਲ ਜੁੜਿਆ ਹੋਇਆ, ਪਰ ਉਹ ਆਪ ਵੀ ਕਹਿੰਦਾ, ਹੋਰਾਂ ਨੂੰ ਵੀ ਕਹਾਉਂਦਾ ਨਾਲ। ਗੁਰ ਤੇ ਵਾਟ ਮਹਿਲ ਕਰ ਪਾਏ, ਗੁਰੂ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ, ਵਾਟ ਰਸਤਾ ਕਿ ਉਸ ਰਸਤੇ ਤੇ ਚੱਲ ਕੇ ਮਹਿਲ ਘਰ ਪਾਏ, ਆਪਣਾ ਨਿੱਜ ਘਰ ਟਿਕਾਣਾ ਜਿਹੜਾ ਹੈ ਉਹਨੂੰ ਇਸ ਤਰ੍ਹਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਦੱਸੇ ਹੋਏ ਮਾਰਗ ਦੇ ਅਨੁਸਾਰ ਤੁਰ ਕੇ ਆਪਣੇ ਜੀਵਨ ਨੂੰ ਨਾਮ ਜਪਦਾ, ਹੋਰਾਂ ਨੂੰ ਵੀ ਜਪਾਉਂਦਾ ਹੈ ਤੇ ਮਨ ਦੀਆਂ ਆਸ਼ਾਵਾਂ ਨੂੰ ਘਟਾ ਦਿੰਦਾ ਹੈ। ਹਾਂਜੀ। ਕੰਚਨ ਕਾਇਆ ਜੋਤ ਅਨੂਪ, ਕਾਇਆ ਜੋਤ ਅਨੂਪ, ਕਿਰਪਾਵਨ ਦੇਵਾ ਸਗਲ ਸਰੂਪ, ਭਵਨ ਦੇਵਾ ਸਗਲ ਸਰੂਪ, ਮੈਂ ਸੋ ਧਨ ਪੱਲੇ ਸਾਚ ਅਖੂਟ, ਸੋ ਤਨ ਪੱਲੇ ਸਾਚ ਅਖੂਟ। ਕਹਿੰਦੇ ਜਦੋਂ ਇਸ ਤਰ੍ਹਾਂ ਦਾ ਜੀਵਨ ਜਾਚ ਤੇ ਤੁਰਿਆ, ਜੀਵਨ ਦਾ ਢੰਗ ਇਸ ਤਰ੍ਹਾਂ ਅਪਣਾਇਆ ਕਿ ਮਨ ਵਿੱਚ ਇੱਛਾ ਵੀ ਕੋਈ ਨਹੀਂ, ਉਹ ਪ੍ਰਮਾਤਮਾ ਨਾਮ ਨੂੰ ਜਪਦਾ ਹੈ ਤੇ ਉਦੋਂ ਇਹ ਕਾਇਆ ਸਰੀਰ ਜਿਹੜਾ ਹੈ ਕਹਿੰਦੇ ਕੰਚਨ ਵਰਗਾ ਹੈ, ਸੋਨੇ ਵਰਗਾ ਹੋ ਗਿਆ। ਭਾਵ ਸਰੀਰ ਵਿੱਚ ਵੀ ਕੋਈ ਰੋਗ ਨਹੀਂ ਫਿਰ, ਕਿਉਂਕਿ ਰੋਗ ਵੀ ਜਿਹੜੇ ਲੱਗਦੇ ਨੇ ਸਾਡੀਆਂ ਇਛਾਵਾਂ ਤੇ ਤ੍ਰਿਸ਼ਨਾਵਾਂ ਕਰਕੇ ਹੀ ਲੱਗਦੇ ਨੇ। ਜਿੰਨੀਆਂ ਇਛਾਵਾਂ ਤ੍ਰਿਸ਼ਨਾਵਾਂ ਮਹਾਰਾਜ ਨਵੇਂ ਪਾਤਸ਼ਾਹ ਸਮਝਾਉਂਦੇ ਨੇ ਕਿ ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿ ਉਠ ਗੌਰ, ਨਾਨਕ ਪਾਸੀ ਗੱਲ ਪਰੇ। ਕਿਉਂਕਿ ਸਾਡੇ ਗਲ 'ਚ ਫਾਈਆਂ ਇਸੇ ਕਰਕੇ ਪੈਂਦੀਆਂ ਨੇ, ਅਸੀਂ ਇਛਾਵਾਂ ਬੜੀਆਂ ਕਰ ਲੈਂਦੇ ਹਾਂ, ਉਹ ਪੂਰੀ ਨਹੀਂ ਹੁੰਦੀ। ਨਾ ਹੋਣ ਕਰਕੇ ਨਿਰਾਸ਼ਾ ਚਲਾ ਜਾਂਦਾ ਹੈ, ਡਿਪਰੈਸ਼ਨ ਚਲੇ ਜਾਂਦਾ ਹੈ, ਡਿਪਰੈਸ਼ਨ ਨਾਲ ਹੋਰ ਬੜੀਆਂ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਨੇ। ਤੇ ਮੈਂ ਕਹਿੰਦਾ ਜਿਹੜੇ ਇਸ ਤਰ੍ਹਾਂ ਰਹਿੰਦੇ ਨੇ ਉਹਨਾਂ ਦੀ ਕਾਇਆ ਵੀ ਕੰਚਨ ਵਰਗੀ, ਤੇਰੇ ਭਵਨ ਦੇਵਾ ਸਗਲ ਸਰੂਪ, ਉਹ ਤਿੰਨਾਂ ਭਵਨਾਂ ਵਿੱਚ ਆਕਾਸ਼ ਪਤਾਲ ਇਹ ਧਰਤੀ ਸਾਰੇ ਪਾਸੇ ਉਸ ਪ੍ਰਮਾਤਮਾ ਦੇ ਸਰੂਪ ਨੂੰ ਵੇਖਦੇ ਨੇ। ਮੈਂ ਸੋ ਤਨ ਪੱਲੇ ਸਾਚ ਅਖੂਟ, ਮਾਰੇ ਕਹਿੰਦੇ ਮੇਰੇ ਪੱਲੇ ਉਹ ਨਾਮ ਧਨ ਹੈ ਜਿਹੜਾ ਸੱਚ ਹੈ ਤੇ ਅਖੂਟ ਹੈ,
ਜਿਹਦੇ 'ਚ ਕੋਈ ਘਾਟਾ ਨਹੀਂ ਪੈਂਦਾ। ਇਹ ਨਾਮ ਵਿੱਚ, ਇਸ ਵਿੱਚ ਕਹਿੰਦੇ ਘਾਟਾ ਨਹੀਂ ਕੋਈ ਹੈ। ਬਾਕੀ ਦੁਨੀਆ ਦੇ ਜਿੰਨੇ ਪਦਾਰਥ ਨੇ ਉਹਨਾਂ ਦੀ ਕੀਮਤ ਘਟਦੀ ਜਾਂਦੀ, ਇਹਦੇ ਨਾਮ ਤੇ ਜਿੰਨਾ ਵੰਡ ਦਿਓਗੇ ਮਹਾਰਾਜ ਕਹਿੰਦੇ ਵਾਧੂ ਜਾਈ ਵਾਲੀ ਅਵਸਥਾ ਜਿਹੜੀ ਹੈ ਇਹ ਤੇ ਘਾਟਾ ਨਹੀਂ ਹੈ। ਮੇਰੇ ਪੱਲੇ ਹੁਣ ਮਹਾਰਾਜ ਕਹਿੰਦੇ ਉਹ ਨਾਮ ਤਨ ਪ੍ਰਾਪਤ ਹੋ ਗਿਆ ਜਦੋਂ ਮੈਂ ਆਪਣੇ ਜੀਵਨ ਨੂੰ ਗੁਰੂ ਦੇ ਦੱਸੇ ਰਸਤੇ ਅਨੁਸਾਰ ਜਿਉਣਾ ਸਿੱਖ ਲਿਆ। ਹਾਂਜੀ। ਪੰਚ ਤੀਨ ਨਵ ਚਾਰ ਸਮਾਵੈ, ਤੀਨ ਨਵ ਚਾਰ ਸਮਾਵੈ, ਧਰਨ ਗਗਨ ਕਲ ਧਾਰ ਰਹਾਵੈ, ਗਗਨ ਕਲ ਤਾਰ ਨਿਭਾਵੈ, ਬਾਹਰ ਜਾਤੋਂ ਉਲਟ ਪਰਾਵੈ, ਜਾਤੋਂ ਉਲਟ ਪਰਾਵੈ। ਕਿਉਂਕਿ ਉਹਦੇ ਜੀਵਨ ਦੀ ਜਾਂਚ ਕੀ ਹੈ। ਜਿਹੜਾ ਗੁਰਸਿੱਖ ਇਸ ਤਰ੍ਹਾਂ ਆਪਣੇ ਜੀਵਨ ਨੂੰ ਜਿਉਂਦਾ ਹੈ, ਮਗਰ ਪੰਜ ਤੀਨ ਨਵ ਚਾਰ ਸਮਾਵੈ, ਉਹ ਪੰਜ ਤੱਤਾਂ ਵਿੱਚ ਵੀ ਸਮਾਇਆ ਹੋਇਆ, ਤਿੰਨਾਂ ਭਵਨਾਂ ਵਿੱਚ ਵੀ ਸਮਾਇਆ ਹੋਇਆ, 9 ਖੰਡਾਂ ਵਿੱਚ ਵੀ ਸਮਾਇਆ ਹੋਇਆ, ਚਾਰੇ ਦਿਸ਼ਾਵਾਂ ਜਿੱਧਰ ਵੀ ਮਰਜੀ ਵੇਖਦਾ ਹੈ ਮੈਨੂੰ ਮਾਰੇ ਕਹਿੰਦੇ ਉਹ ਸਮਾਇਆ ਨਜ਼ਰ ਆਉਂਦਾ ਹੈ। ਧਰਨ ਗਗਨ ਕਲ ਧਾਰ ਰਹਾਵੈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਇਸ ਧਰਤੀ ਨੂੰ, ਇਹ ਆਕਾਸ਼ ਨੂੰ ਥੰਮਿਆ ਹੋਇਆ, ਕਹਿੰਦੇ ਦੇਖੋ ਉਸ ਨੂੰ ਸੰਭਾਲਿਆ ਹੋਇਆ। ਬਾਹਰ ਜਾਤੋ ਉਲਟ ਪਰਾਵੈ, ਹੁਣ ਮੇਰਾ ਮਨ ਜਿਹੜਾ ਬਾਹਰ ਨੂੰ ਭਜਦਾ ਦਸਾਂ ਛਾਵਾਂ ਨੂੰ ਕਹਿੰਦੇ ਹੁਣ ਤੇ ਉਲਟ ਹੋ ਗਿਆ। ਹੁਣ ਮਨ ਅੰਦਰ ਨੂੰ ਜਾਣਾ ਸ਼ੁਰੂ ਹੋਇਆ, ਮਨ ਅੰਦਰ ਨੂੰ ਖੋਜਣਾ ਸ਼ੁਰੂ ਕਰ ਦਿੱਤਾ। ਹਾਂਜੀ। ਮੂਰਖ ਹੋਏ ਨਾ ਆਖੀ ਸੁਝੈ, ਮੂਰਖ ਹੋਏ ਨਾ ਆਖੀ ਸੂਝੈ, ਜਿਹਬਾ ਰਸ ਨਹੀਂ ਕਹਿਆ ਬੂਝੈ, ਰਸ ਨਹੀਂ ਕਹਿਆ ਬੁਝੈ, ਬਿਖ ਕਾ ਮਾਤਾ ਜਗ ਸਿਉ ਲੂਝੈ, ਕਾ ਮਾਤਾ ਜਗ ਸਿਉ ਬੁਝੈ। ਹੁਣ ਮੂਰਖ ਬੰਦਾ ਹੈ ਮਾਰੇ ਕਹਿੰਦੇ ਜਿਹੜਾ ਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਇਹ ਅੱਖਾਂ ਇਹਨਾਂ ਦੀ ਗੱਲ ਨਹੀਂ ਕਰਦੇ, ਗਿਆਨ ਦੀਆਂ ਅੱਖਾਂ ਦੀ ਗੱਲ ਕਰਦੇ ਨੇ। ਆਪਾਂ ਆਮ ਕਹਿੰਦੇ ਨੇ ਵੀ ਤੂੰ ਅੰਨਾ ਹੋਇਆ ਸੀ, ਇਹ ਲਫ਼ਜ਼ ਨੇ ਜਿਹੜੇ ਉਹ ਕਾਹਦੇ ਵਾਸਤੇ ਵਰਤਦੇ ਆ ਆਪਾਂ? ਆਮ ਬੋਲੀ ਆਪਣੀ ਇਹ ਵੀ ਤੈਨੂੰ ਪਤਾ ਹੀ ਲੱਗਿਆ ਤੂੰ ਅੰਨਾ ਹੋਇਆ ਸੀ। ਅੰਨਾ ਹੋਇਆ ਤੋਂ ਭਾਵ ਤੇਰੀ ਨੌਲੇਜ ਨਹੀਂ ਸੀ। ਜਗ ਗਿਆਨ ਤੋਂ ਬਿਨਾ ਅੰਨਾ ਹੈ। ਅੰਧੇ ਸੇ ਨਾ ਆਖੀਐ ਜਿਨ ਮੁਖ ਲੋਇਨ ਨਾ ਹੈ, ਅੰਧੇ ਸੇ ਹੀ ਨਾਨਕਾ ਜੋ ਖਸਮੋਂ ਘੁੱਥੇ ਜਾਏ। ਤੀਜੇ ਪਾਤਸ਼ਾਹ ਬਾਰੇ ਕਹਿੰਦੇ ਭਾਈ ਅਸਲੀ ਅੰਨੇ ਤੇ ਉਹ ਨੇ ਜਿਹੜੇ ਮਾਲਕ ਤੋਂ ਵਿਛੜ ਗਏ। ਮੂਰਖ ਹੋਏ ਨਾ ਆਖੀ ਸੂਝੈ, ਕਹਿੰਦੇ ਮੂਰਖ ਹੈ ਭਾਈ ਜਿਨ੍ਹਾਂ ਨੂੰ ਇਹ ਗੱਲ ਸੁਝਦੀ ਨਹੀਂ, ਸਮਝ ਨਹੀਂ ਪੈ ਰਹੀ। ਜੇ ਰਸ ਨਹੀਂ ਕਹਿਆ ਬੂਝੈ, ਨਾ ਜ਼ਬਾਨ ਦਾ ਰਸ ਹੈ, ਨਾ ਤੇ ਬੋਲਣ ਵਿੱਚ ਕੋਈ ਤਲਖੀ, ਨਾ ਬੋਲਣ ਵਿੱਚ ਕੋਈ ਮਿਠਾਸ ਹੈ, ਤੇ ਨਾ ਹੀ ਕਹੇ ਨੂੰ ਸਮਝਦਾ। ਜੇ ਕੋਈ ਕਹਿੰਦਾ ਵੀ ਉਹਨੂੰ ਸਮਝਦਾ ਵੀ ਨਹੀਂ ਹੈ, ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਬਿਕਾ ਮਾਤਾ ਜਗ ਸਿਉ ਲੂਝੈ, ਇਹ ਮਾਇਆ ਰੂਪੀ ਹੰਕਾਰ ਇਹ ਜ਼ਹਿਰ ਵਿੱਚ ਫਸਿਆ ਹੋਇਆ, ਮਸਤ ਹੋਇਆ ਹੋਇਆ, ਇਹਦੇ ਵਿੱਚ ਕਹਿੰਦੇ ਸੰਸਾਰ ਨਾਲ ਲੂਝਦਾ ਰਹਿੰਦਾ ਹੈ, ਬਸ ਝਗੜੇ ਖੜੇ ਕਰਦਾ ਰਹਿੰਦਾ, ਹੋਰ ਕੁਝ ਨਹੀਂ ਪੱਲੇ ਪੈਂਦਾ। ਹਾਂਜੀ। ਊਤਮ ਸੰਗਤ ਊਤਮ ਹੋਵੈ, ਉਤਮ ਸੰਗਤ ਉਤਮ ਹੋਵੈ, ਗੁਣ ਕੋ ਧਾਵੈ ਅਵਗੁਣ ਧੋਵੈ, ਕੋ ਧਾਵੈ ਅਵਗੁਣ ਧੋਵੈ, ਬਿਨ ਗੁਰ ਸੇਵੇ ਸਹਿਜ ਨਾ ਹੋਵੈ, ਗੁਰ ਸੇਵੇ ਸਹਿਜ ਨਾ ਹੋਵੈ। ਊਤਮ ਸੰਗਤ ਊਤਮ ਹੋਵੇ, ਕਿਉਂਕਿ ਮਹਾਰਾਜ ਉਹਨਾਂ ਮੂਰਖਾਂ ਦੀ ਗੱਲ ਕਰ ਆਏ ਨੇ ਕਿ ਜਿਹੜੇ ਨਾ ਤੇ ਸੂਝ ਹੈ ਨਾ ਬੂਝ ਹੈ, ਨਾ ਸੁਝਦੀ ਹੈ ਅੱਖਾਂ ਨੂੰ, ਵੇਖ ਕੇ ਵੀ ਜਾਣਦੇ ਨਹੀਂ। ਇੰਨਾ ਕੁਝ ਅੱਖਾਂ ਨਾਲ ਵੇਖ ਲਿਆ, ਸਾਹਮਣੇ ਹੋ ਗਿਆ, ਇੰਨਾ ਕੁਝ ਸੁਣਿਆ ਵੀ ਫਿਰ ਵੀ ਨਾ ਸਮਝਿਆ, ਜ਼ਬਾਨ ਵਿੱਚ ਵੀ ਕੰਟਰੋਲ ਨਹੀਂ ਹੈ। ਫਿਰ ਉਹਨਾਂ ਦਾ ਕੀ ਕਰੀਏ? ਮਹਾਰਾਜ ਕਹਿੰਦੇ ਉਹਨਾਂ ਦਾ ਇਲਾਜ ਇਹੋ ਹੈ ਕਿ ਉਹ ਸੰਗਤ ਵਿੱਚ ਆਉਣ। ਚੰਗੀ ਸੰਗਤ, ਜੈਸੀ ਸੰਗਤ ਵੈਸੀ ਰੰਗਤ। ਜਿਹੋ ਜੀ ਬੰਦਾ ਸੰਗਤ ਕਰਦਾ ਹੈ ਉਹੋ ਜਿਹੀ ਉਹਦੇ ਹੌਲੀ ਹੌਲੀ ਸੰਸਕਾਰ ਬਣਨੇ ਸ਼ੁਰੂ ਹੋ ਜਾਂਦੇ ਨੇ। ਇੱਥੇ ਮਹਾਰਾਜ ਕਹਿੰਦੇ ਉੱਤਮ ਸੰਗਤ ਉੱਤਮ ਹੋਵੇ। ਜੇ ਉੱਤਮ ਪੁਰਸ਼ਾਂ ਦੀ, ਭਲੇ ਪੁਰਸ਼ਾਂ ਦੀ ਸੰਗਤ ਕਰੇਗਾ ਤਾਂ ਭਾਈ ਭਲਾ ਹੋ ਜਾਏਗਾ, ਉਹਦੇ ਵਿੱਚ ਜੀਵਨ ਵਿੱਚ ਵੀ ਬਦਲਾਅ ਆ ਜਾਏਗਾ। ਗੁਣ ਕੋ ਧਾਵੈ ਅਵਗੁਣ ਧੋਵੈ, ਉਦੋਂ ਫਿਰ ਉਹ ਗੁਣਾਂ ਵਾਲੇ ਪਾਸੇ ਨੂੰ ਜਾਏਗਾ, ਹੌਲੀ ਹੌਲੀ ਆਪਣੇ ਅਵਗੁਣਾਂ ਨੂੰ ਮਿਟਾ ਦੇਗਾ। ਜਿਸ ਤਰ੍ਹਾਂ ਸ਼ੀਸ਼ੇ ਅੱਗੇ ਖਲੋ ਕੇ ਅਸੀਂ ਆਪਣੇ ਸਰੀਰ ਦੇ ਅਵਗੁਣਾਂ ਨੂੰ ਮਿਟਾ ਲੈਂਦੇ ਹਾਂ, ਇਸੇ ਤਰ੍ਹਾਂ ਬਾਣੀ ਸ਼ੀਸ਼ੇ ਵਾਂਗੂ ਜਦੋਂ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਉਹਨਾਂ ਨਾਲ ਜੁੜ ਕੇ ਬੈਠਦੇ ਹਾਂ, ਅਸੀਂ ਵਿਚਾਰ ਕਰਦੇ ਹਾਂ, ਤਾਂ ਸਾਨੂੰ ਆਪਣੇ ਅਵਗੁਣ ਨਜ਼ਰ ਆਉਂਦੇ ਨੇ।
ਤੇ ਹੌਲੀ ਹੌਲੀ ਉਹ ਬੰਦਾ ਆਪਣੇ ਔਗੁਣਾਂ ਨੂੰ ਧੋ ਦਿੰਦਾ, ਕਿਉਂਕਿ ਮਾੜੀ ਚੀਜ਼ ਕੋਈ ਰੱਖ ਕੇ ਰਾਜੀ ਨਹੀਂ। ਕੋਝੀ ਚੀਜ਼ ਨੂੰ ਕੋਈ ਵੀ ਰੱਖ ਕੇ ਰਾਜੀ ਨਹੀਂ। ਕੌਣ ਕਹਿੰਦਾ ਮੈਂ ਕੋਝਾ ਲੱਗਾ, ਕੌਣ ਕਹਿੰਦਾ ਮੈਂ ਭੈੜਾ ਲੱਗਾ, ਕੌਣ ਕਹਿੰਦਾ ਮੈਂ ਬੁਰਾ ਲੱਗਾ, ਕੋਈ ਵੀ ਨਹੀਂ ਚਾਹੁੰਦਾ। ਸੇਈ ਸੁੰਦਰ ਸੋਹਣੇ ਸਾਧ ਸੰਗਤ ਜੇ ਬਹਿਣੇ, ਕਹਿੰਦੇ ਜੀਵਨ ਅੰਦਰੋਂ ਸੋਹਣਾ ਹੋ ਜਾਂਦਾ ਹੈ ਜਦੋਂ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਦੇ ਹਾਂ, ਮਿਲ ਕੇ ਬੈਠਦੇ ਹਾਂ ਉਹਨਾਂ ਨਾਲ, ਜਦੋਂ ਬਾਣੀ ਨਾਲ ਜੁੜਦੇ ਹਾਂ। ਇਸੇ ਕਰਕੇ ਮੈਂ ਕਹਿੰਦਾ ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ, ਫਿਰ ਗੁਣਾਂ ਵਾਲੇ ਪਾਸੇ ਨੂੰ ਜਾਂਦਾ ਹੈ ਮਨ। ਅਵਗਣ ਧੋਵੈ ਬਿਨ ਗੁਰ ਸੇਵੇ ਸਹਿਜ ਨਾ ਹੋਵੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਏਗਾ, ਬਿਨ ਗੁਰ ਸੇਵੇ, ਜੋ ਗੁਰੂ ਕਹੈ ਸੋਈ ਭਲ ਮਨ। ਜਦ ਤੱਕ ਉਹਨੂੰ ਸਿਮਰਿਆ ਨਹੀਂ ਕਿ ਨਹੀਂ ਮੇਰੇ ਗੁਰੂ ਦਾ ਹੁਕਮ ਹੈ, ਇਹ ਕੰਮ ਨਹੀਂ ਕਰਨਾ। ਭੂਮੀਏ ਚੋਰ ਵਰਗੇ ਗੁਰੂ ਨਾਨਕ ਪਾਤਸ਼ਾਹ ਦੇ ਬੋਲਾਂ ਨਾਲ ਜੁੜੇ, ਜਿਹਨੂੰ ਕਿ ਲੋਕ ਚੋਰ ਕਹਿੰਦੇ ਸਨ, ਤੇ ਜਦੋਂ ਬੋਲਾਂ ਨਾਲ ਜੁੜਿਆ, ਬਾਣੀ ਨੂੰ ਪੜ੍ਹਿਆ, ਸਤਿਗੁਰਾਂ ਦੇ ਬੋਲਾਂ ਨੂੰ ਪੱਲੇ ਬੰਨਿਆ, ਉਹੀ ਬੰਦਾ ਮੰਤਰੀ ਬਣਿਆ। ਹੋਰ ਅਨੇਕਾਂ ਹੀ ਉਦਾਹਰਨਾਂ ਨੇ ਸਿੱਖ ਧਰਮ ਦੇ ਵਿੱਚ ਪਈਆਂ, ਜਿਹੜੇ ਕਿ ਬੜੇ ਗਿਰੇ ਹੋਏ ਜੀਵਨ ਵਾਲੇ ਲੋਕ ਸਨ, ਪਰ ਜਦੋਂ ਬਾਣੀ ਨਾਲ ਜੁੜੇ, ਉਹਨਾਂ ਗੁਰਮੁਖ ਪਿਆਰਿਆਂ ਸੰਗਤ ਕੀਤੀ ਉਹਨਾਂ ਨੇ, ਤੇ ਕੀ ਹੋਇਆ, ਜੀਵਨ ਵਿੱਚ ਪਲਟਾ ਆ ਗਿਆ, ਜੀਵਨ ਬਦਲ ਗਿਆ, ਸਾਰਾ ਜਿਉਣ ਦਾ ਢੰਗ ਹੀ ਚੇਂਜ ਹੋ ਗਿਆ। ਜੇ ਬਾਣੀ ਪੜ੍ਹ ਕੇ, ਬਾਣੀ ਪੜ੍ਹਨ ਤੋਂ ਬਾਅਦ, ਵਿਚਾਰਨ ਤੋਂ ਬਾਅਦ, ਸੰਗਤ ਵਿੱਚ ਆਉਣ ਤੋਂ ਬਾਅਦ ਸਾਡੇ ਜੀਵਨ ਵਿੱਚ ਬਦਲਾਅ ਨਹੀਂ ਆਇਆ, ਇਹਦਾ ਮਤਲਬ ਅਸੀਂ ਉੱਥੇ ਸਰੀਰ ਕਰਕੇ ਹੀ ਬੈਠੇ ਹਾਂ, ਮਨ ਕਰਕੇ ਨਹੀਂ ਬੈਠੇ। ਫਿਰ ਅਸੀਂ ਮਨ ਕਰਕੇ ਕਿਤੇ ਹੋਰ ਫਿਰਦੇ ਰਹਿੰਦੇ ਹਾਂ। ਜਦੋਂ ਅਸੀਂ ਬਾਣੀ ਨਾਲ ਜੁੜਾਂਗੇ, ਇਹ ਮਨ ਹੌਲੀ ਹੌਲੀ ਆਪਣੇ ਔਗੁਣਾਂ ਨੂੰ ਵੇਖਣਾ ਸ਼ੁਰੂ ਕਰਦਾ ਹੈ, ਤੇ ਆਪਣੇ ਅੰਦਰੋਂ ਔਗੁਣਾਂ ਨੂੰ ਧੁੰਦਾ ਤੁਰਿਆ ਜਾਂਦਾ ਹੈ, ਤੇ ਗੁਣਾਂ ਨੂੰ ਇਕੱਠੇ ਕਰਦਾ ਜਾਂਦਾ ਹੈ। ਬਿਨ ਗੁਰ ਸੇਵੇ ਸਹਿਜ ਨਾ ਹੋਵੇ, ਉਹਨਾਂ ਚਿਰ ਸਹਿਜ ਨਹੀਂ ਹੋ ਸਕਦਾ, ਮਨ ਟਿਕ ਨਹੀਂ ਸਕਦਾ ਜਦ ਤੱਕ ਗੁਰੂ ਨੂੰ ਸਿਮਰਦਾ ਨਹੀਂ, ਜਦ ਤੱਕ ਗੁਰੂ ਦੇ ਦੱਸੇ ਮਾਰਗ ਨੂੰ ਅਪਣਾਉਂਦਾ ਨਹੀਂ। ਤੇ ਸਹਿਜ ਅਵਸਥਾ ਵਿੱਚ ਆ ਕੇ ਹੀ ਬਿਨ ਸਹਿਜੇ ਪਾਇਆ ਨਾ ਜਾਏ, ਸਹਿਜ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਮਨ ਟਿਕਦਾ ਹੈ ਗੁਰੂ ਦੇ ਬੋਲਾਂ ਨਾਲ, ਗੁਰੂ ਦੀ ਬਾਣੀ ਨਾਲ, ਸਤਿਗੁਰੂ ਨੂੰ ਸਿਮਰਨ ਨਾਲ ਹੀ ਇਹ ਸਹਿਜ ਸਾਡੇ ਮਨ ਅੰਦਰ ਟਿਕਾਓ ਪੈਦਾ ਕਰਦਾ ਹੈ। ਹਾਂਜੀ। ਹੀਰਾ ਨਾਮ ਜਵੇਹਰ ਲਾਲ, ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸ ਕਾ ਮਾਲ, ਮੋਤੀ ਹੈ ਤਿਸ ਕਾ ਮਾਲ, ਨਾਨਕ ਪਰਖੈ ਨਦਰ ਨਿਹਾਲ, ਪਰਖੈ ਨਦਰ ਨਿਹਾਲ। ਹੁਣ ਇੱਥੇ ਪਾਤਸ਼ਾਹ ਸਮਝਾਉਂਦੇ ਨੇ, ਜਿਹੜਾ ਸਾਡਾ ਮਨ ਹੈ ਇਹ ਵੀ ਕੀਮਤੀ ਹੈ, ਇਹ ਬੁੱਧੀ ਤੋਂ ਉੱਤਮ ਹੈ। ਮਾਰੇ ਕਹਿੰਦੇ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਬੜੀ ਮਹਿੰਗੀ ਚੀਜ਼ ਨੂੰ ਅਸੀਂ ਗੰਦਗੀ 'ਚ ਸੁੱਟਿਆ ਹੋਇਆ ਹੈ, ਬੜੀ ਮਹਿੰਗੀ ਚੀਜ਼ ਹੀਰਾ ਹੈ, ਉਹ ਅਸੀਂ ਗੰਦਗੀ ਸੁੱਟਿਆ ਹੋਇਆ, ਕਿਉਂਕਿ ਸਾਨੂੰ ਉਹਦੀ ਕੀਮਤ ਨਹੀਂ ਪਤਾ। ਜੀ ਇੱਕ ਗਾਥਾ ਆਉਂਦੀ ਸੀ ਕਿ ਇੱਕ ਘੁਮਿਆਰ ਨੂੰ ਲਾਲ ਲੱਭ ਗਏ, ਲਾਲ ਚਮਕਦੇ ਰਾਤ ਨੂੰ, ਕਹਿੰਦੇ ਉਹ ਘਰੇ ਲੈ ਆਇਆ, ਬੜਾ ਹੈਰਾਨ ਹੋਇਆ, ਤੇ ਬਾਹਰ ਗਿਆ ਲੈ ਕੇ, ਉਹਨੇ ਆਪਣੀ ਗਲੇਲ ਨਾਲ ਚਲਾਉਂਦਾ ਰਿਹਾ, ਪੂਰੀ ਥੈਲੀ ਉਹਨੇ ਚਲਾ ਦਿੱਤੀ। ਜਦੋਂ ਸ਼ਾਮ ਹੋਈ ਤਾਂ ਉਹਦੇ ਚੋਂ ਲਾਈਟ ਨਿਕਲਣੀ ਸ਼ੁਰੂ ਹੋਈ ਥੋੜੀ ਥੋੜੀ। ਉਸ ਨੇ ਵੀ ਬੜਾ ਸੋਹਣਾ ਲੱਗਦਾ, ਵੱਟਾ ਜਿਹਾ ਗੋਲ ਜਿਹਾ, ਉਹਨੇ ਹੀਰਾ ਉਹ ਜਿਹੜਾ ਲਾਲ ਸੀ ਉਹ ਖੋਤੇ ਦੇ ਗਲ 'ਚ ਬੰਨ੍ਹ ਦਿੱਤਾ ਕਿ ਸੋਹਣਾ ਲੱਗਦਾ ਹੈ ਬਸ, ਕਿਉਂਕਿ ਉਹਨੂੰ ਕੀਮਤ ਨਹੀਂ ਪਤਾ। ਅੱਗੋਂ ਕੋਈ ਜੌਹਰੀ ਮਿਲਿਆ 2-4 ਦਿਨਾਂ ਬਾਅਦ, ਉਹਨੇ ਉਹਨੂੰ ਮੱਥਾ ਟੇਕਿਆ, ਬੜਾ ਹੈਰਾਨ ਹੋਇਆ ਕਿ ਜੌਹਰੀ ਸਾਹਿਬ ਤੁਸੀਂ ਤੇ ਪੜ੍ਹੇ ਲਿਖੇ ਸੋ, ਤੁਸੀਂ ਖੋਤੇ ਨੂੰ ਮੱਥਾ ਟੇਕੀ ਜਾਂਦੇ ਹੋ। ਕਹਿੰਦੇ ਖੋਤੇ ਨੂੰ ਨਹੀਂ ਟੇਕ ਰਿਹਾ, ਜਿਹਦਾ ਇਹਦੇ ਗਲ 'ਚ ਪਾਇਆ ਨਾ, ਇਹਦੀ ਕੀਮਤ ਕਰੋੜਾਂ ਰੁਪਈ ਹੈ, ਇਹਦੇ ਕਰੋੜਾਂ ਖੋਤੇ ਆ ਸਕਦੇ ਨੇ। ਕਹਿੰਦਾ ਇਹਦੇ ਨਾਲ ਦੇ ਤਾਂ ਫਿਰ ਮੈਂ ਕਈ ਚਲਾਤੇ। ਸਾਡੀ ਹਾਲਤ ਵੀ ਇੰਨੀ ਹੈ, ਸਾਡੀ ਹਾਲਤ ਵੀ ਇਹੀ ਹੈ। ਇਹ ਸਵਾਸਾਂ ਦੀ ਕੀਮਤ ਦਾ ਸਾਨੂੰ ਪਤਾ ਨਹੀਂ, ਤੇ ਜਿਸ ਦਿਨ ਪਤਾ ਲੱਗਿਆ ਉਦੋਂ ਸਾਡੇ ਕੋਲੇ ਫਿਰ ਪਛਤਾਵਾ ਵੀ ਰਿਹਾ ਕਿ ਜਿਹੜੇ ਪਿੱਛੇ ਨਿਕਲ ਗਏ ਉਹ ਤੇ ਗਏ, ਕਿਉਂਕਿ ਉਹ ਤੇ ਵਾਪਸ ਨਹੀਂ ਆਉਣਗੇ। ਜੋ ਅੱਜ ਨੇ ਗੁਰੂ ਸਾਨੂੰ ਕੀਮਤ ਦੱਸਦਾ ਹੈ ਇਹ ਸਵਾਸਾਂ ਦੀ, ਇਸ ਮਨ ਦੀ ਕੀਮਤ ਹੈ। ਹੁਣ ਮਹਾਰਾਜ ਕਹਿੰਦੇ ਹੀਰਾ ਨਾਮ ਜਵੇਹਰ ਲਾਲ, ਨਾਮ ਹੀਰਿਆਂ ਵਰਗਾ, ਜਵੇਹਰ ਲਾਲ ਬੜਾ ਮਹਿੰਗਾ,
ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹ ਅਸੀਂ ਰੋਜ਼ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ ਅਸੀਂ, ਪਰ ਇਹ ਬੜੀ ਇਹਦੀ ਕੀਮਤ ਹੈ। ਇਹਦੀ ਕੀਮਤ ਨਾ ਕੋਈ ਪਾ ਸਕਿਆ, ਗੁਰਬਾਣੀ ਦੀ ਕੋਈ ਕੀਮਤ ਨਹੀਂ ਹੈ, ਨਾ ਕੋਈ ਦੇ ਸਕਿਆ ਤੇ ਨਾ ਕੋਈ ਲੈ ਸਕਦਾ ਹੈ। ਜੇ ਕੋਈ ਕਹੇ ਕਿ ਮੈਂ ਲੈ ਲਵਾਂਗਾ ਜਾਂ ਮੈਂ ਦੇ ਦੇਵਾਂਗਾ, ਇਹ ਸਾਡਾ ਇੱਕ ਮਨ ਦਾ ਭਰਮ ਭੁਲੇਖਾ ਹੈ, ਤੇ ਨਾ ਹੀ ਮਨ ਦੀ ਕੋਈ ਕੀਮਤ ਹੈ। ਇੱਥੇ ਹੁਣ ਕਹਿੰਦੇ ਹੀਰਾ ਨਾਮ ਜਵੇਹਰ ਲਾਲ, ਮਨ ਮੋਤੀ ਹੈ ਤਿਸਕਾ ਮਾਲ। ਉਹ ਗੁਰਮੁਖ ਪਿਆਰੇ ਕੋਲ ਦੋ ਚੀਜ਼ਾਂ ਕੀਮਤੀ ਨੇ, ਫਿਰ ਇੱਕ ਤੇ ਨਾਮ, ਦੂਜਾ ਮਨ ਨੂੰ ਸੰਭਾਲਿਆ, ਮਨ ਨੂੰ ਪਵਿੱਤਰ ਕੀਤਾ ਹੈ। ਉਹ ਜਾਣ ਲਿਆ ਉਹਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨੇ ਆਪਣੇ ਮੂਲ ਨੂੰ ਪਛਾਣ ਲਿਆ, ਮਨ ਜੋਤ ਸਰੂਪ ਹੈ। ਕਹੋ ਕਬੀਰ ਹਮ ਰਾਮ ਕੀ ਅੰਸ਼, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉਹ ਕਿਹਾ ਜਿਨ੍ਹਾਂ ਨੇ ਮਨ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਜਾਣ ਲਿਆ, ਸਮਝਿਆ, ਮਨ ਨੂੰ ਤਰਾਸ਼ਿਆ, ਉਹ ਹੀਰੇ ਵਾਂਗੂ ਤਰਾਸ਼ਿਆ ਗਿਆ। ਉਹਨਾਂ ਗੁਰਮੁਖ ਪਿਆਰਿਆਂ ਦੀ ਮਹਾਰਾਜ ਇੱਥੇ ਗੱਲ ਕਰਦੇ ਨੇ ਕਿ ਉਹਨਾਂ ਕੋਲੇ ਇਹ ਮਾਲ ਹੈ, ਇਹ ਧਨ ਹੈ ਬਹੁਤ ਵੱਡਾ। ਦੁਨੀਆ ਦੇ ਧਨ ਦੀ ਗੱਲ ਨਹੀਂ ਕਰ, ਦੁਨੀਆ ਧਨ ਤੇ ਇੱਥੇ ਛੱਡ ਕੇ ਚਲਾ ਗਿਆ ਬੰਦਾ। ਉਹ ਐਸਾ ਧਨ, ਨਾਮ ਰਤ ਰੂਪੀ ਧਨ ਹੈ, ਇਹ ਮਨ ਰੂਪੀ ਧਨ ਹੈ। ਨਾਨਕ ਪਰਖੈ ਨਦਰ ਨਿਹਾਲ। ਤੇ ਮਹਾਰਾਜ ਕਹਿੰਦੇ ਫਿਰ ਜਦੋਂ ਪਰਖਦਾ ਇਸ ਮਨ ਨੂੰ, ਇਸ ਮਨ ਨਾਲ ਉਸ ਨਾਮ ਨੂੰ, ਉਹ ਗੁਰੂ ਬਖਸ਼ਿਸ਼ ਕਰਦਾ, ਮਿਹਰ ਕਰਦਾ। ਨਾਨਕ ਨਦਰੀ ਨਦਰ ਨਿਹਾਲ, ਤੇ ਉਹ ਇੱਕੋ ਹੀ ਨਜ਼ਰ ਨਾਲ ਮਾਰੇ ਕਹਿੰਦੇ ਨਿਹਾਲ ਹੋ ਗਿਆ। ਉਹਦੇ ਮਨ ਅੰਦਰ ਖੁਸ਼ੀ ਖੇੜਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਿਉਂਕਿ ਜਿਹੜੇ ਤੇਰੇ ਭਗਤ ਨੇ, ਜਿਹੜੇ ਤੈਨੂੰ ਸਿਮਰਨ ਵਾਲੇ ਨੇ, ਉਹ ਅੰਦਰੋਂ ਵਿਕਸਦੇ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ। ਉਹਨਾਂ ਦੇ ਅੰਦਰੋਂ ਇਹ ਦੁੱਖਾਂ ਤੇ ਪਾਪਾਂ ਦਾ ਨਾਸ਼ ਸਹਿਜੀ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਨਾਂ ਨੇ ਨਾਮ ਰੂਪੀ ਇਸ ਮਹਿੰਗੇ ਧਨ ਨੂੰ ਇਕੱਠਾ ਕੀਤਾ ਹੈ। ਉਹਨਾਂ ਕੋਲੇ ਨਾਮ ਧਨ ਹੋਣ ਕਰਕੇ ਦੁਨੀਆ ਦਾ ਧਨ ਤੇ ਬਹੁਤ ਥੱਲੇ ਰਹਿ ਗਿਆ। ਉਹ ਮਨ ਨੂੰ ਜੋਤ ਸਰੂਪੀ ਕਰਕੇ ਜਾਣਿਆ, ਤੇ ਮਨ ਦੇ ਨਾਲ ਹੀ ਉਸ ਅਵਸਥਾ ਨੂੰ ਪ੍ਰਾਪਤ ਕਰਦੇ ਨੇ, ਤੇ ਉਸ ਨਾਮ ਧਨ ਨੂੰ ਇਕੱਠਾ ਕਰਦੇ ਨੇ। ਵਾਹਿਗੁਰੂ। मेरे राम हम बारक हर प्रभ के हैं ए आणे, हम बारक हर प्रभ के हैं ए आणे।